ਸੋ ਆਪਣਾ ਅੱਜ ਦਾ ਜਿਹੜਾ ਵਿਚਾਰ ਹੈ ਉਸ ਦਾ ਵਿਸ਼ਾ ਹੈ ਆਪਾਂ ਪਹਿਲੇ ਜਿਹੜੀ ਗੁਰੂ ਸਾਹਿਬ ਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 52 ਹੁਕਮ ਜਿਹੜੇ ਨੇ ਉਹਨਾਂ ਦੇ ਉੱਤੇ ਵਿਚਾਰ ਸ਼ੁਰੂ ਕੀਤਾ ਸੀ। ਉਸ ਲੜੀ ਦੇ ਵਿੱਚ ਅੱਜ ਉਸ ਲੜੀ ਨੂੰ ਅੱਗੇ ਚਲਾਉਂਦਿਆਂ ਹੋਇਆਂ ਜਿਹੜਾ ਸਾਡਾ ਅੱਜ ਦਾ ਵਿਚਾਰ ਹੈ ਉਹ ਹੈ ਕਿ ਸਿੱਖ ਜਗਤ ਦੇ ਵਿੱਚ, ਸਿੱਖ ਪਰੰਪਰਾ ਦੇ ਵਿੱਚ, ਇੱਕ ਸਿੱਖ ਦੀ ਜ਼ਿੰਦਗੀ ਦੇ ਵਿੱਚ ਗੁਰਬਾਣੀ, ਕੀਰਤਨ, ਕਥਾ ਅਤੇ ਵਿਚਾਰ ਜਿਹੜਾ ਹੈ ਉਸ ਦੀ ਕੀ ਮਹੱਤਤਾ ਹੈ ਔਰ ਗੁਰੂ ਸਾਹਿਬ ਜਿਹੜੇ ਨੇ ਉਸ ਨੂੰ ਕਿਉਂ ਇੰਨੀ ਇੰਪੋਰਟੈਂਸ ਦਿੱਤੀ ਉਹਨਾਂ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਬਾਣੀ, ਕੀਰਤਨ, ਕਥਾ ਅਤੇ ਵਿਚਾਰ ਜਿਹੜਾ ਹੈ ਉਸ ਨੂੰ ਆਪਣੇ ਜਿਹੜੇ 52 ਹੁਕਮ ਨੇ ਉਹਨਾਂ ਵਿੱਚੋਂ ਇੱਕ ਹੁਕਮ ਦੀ ਜਗ੍ਹਾ ਦਿੱਤੀ ਹੈ। ਇਹ ਗੁਰੂ ਸਾਹਿਬ ਦਾ ਜਿਹੜਾ 20ਵਾਂ ਹੁਕਮ ਹੈ, ਇਹ ਉਹ ਹੁਕਮ ਹੈ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਹਰ ਇੱਕ ਸਿੱਖ ਜਿਹੜਾ ਹੈ ਡੇਲੀ ਬੇਸਿਸ ਦੇ ਉੱਤੇ ਉਹ ਗੁਰਬਾਣੀ ਕੀਰਤਨ ਕਰੇ, ਗੁਰਬਾਣੀ ਕਥਾ ਕਰੇ ਜਾਂ ਕਥਾ ਸੁਣੇ ਔਰ ਕਿਸੇ ਨਾ ਕਿਸੇ ਫਾਰਮ ਦੇ ਵਿੱਚ ਗੁਰਬਾਣੀ ਜਿਹੜੀ ਹੈ ਉਸ ਦੇ ਉੱਤੇ ਵਿਚਾਰ ਜਿਹੜਾ ਹੈ ਉਸ ਦੇ ਵਿੱਚ ਉਹ ਸ਼ਾਮਲ ਹੋਵੇ। ਸੋ ਆਪਾਂ ਸ਼ੁਰੂ ਕਰਦੇ ਹਾਂ। ਉਸ ਪ੍ਰਮਾਤਮਾ ਦੇ ਅੱਗੇ ਅਰਦਾਸ ਹੈ ਕਿ ਗੁਰੂ ਸਾਹਿਬ ਨੇ ਸਾਡੇ ਤੇ ਇੰਨੀ ਬਖਸ਼ਿਸ਼ ਕੀਤੀ ਹੈ, ਸਾਨੂੰ ਇੰਨੀ ਸੋਝੀ ਦਿੱਤੀ ਹੈ ਕਿ ਆਪਣੇ ਗੁਰੂ ਸਾਹਿਬ ਨੇ ਜਿਹੜੀ ਬਾਣੀ ਹੈ ਸਾਰੇ ਗੁਰੂ ਸਾਹਿਬ ਦੀ, ਭਗਤਾਂ ਦੀ, ਭੱਟਾਂ ਦੀ, ਉਸ ਨੂੰ ਇਕੱਤਰ ਕਰਕੇ ਸਾਡੀ ਝੋਲੀ 'ਚ ਪਾਇਆ ਹੈ ਔਰ ਉਸ ਬਾਣੀ ਦੇ ਵਿੱਚੋਂ ਜੋ ਨਿਚੋੜ ਹੈ ਉਸ ਨੂੰ ਕੱਢ ਕੇ ਕਿਹੜੀਆਂ ਚੀਜ਼ਾਂ ਸਾਡੀ ਡੇਲੀ ਕੰਡਕਟ ਵਾਸਤੇ ਜ਼ਰੂਰੀ ਹੈ ਉਹ ਉਹਨਾਂ ਨੇ ਸਾਨੂੰ ਦਿੱਤੀਆਂ ਨੇ। ਉਹਨਾਂ ਦਾ ਆਪਾਂ ਸ਼ੁਕਰਾਨਾ ਕਰੀਏ। ਡੰਡੋਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਇਹ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੀ ਮਿਹਰ ਕਰ, ਸਾਨੂੰ ਡੋਲਣ ਨਾ ਦੇ, ਡਿੱਗਣ ਨਾ ਦੇ, ਹਮੇਸ਼ਾ ਆਪਣੀ ਅਮਾਨ ਦੇ ਵਿੱਚ ਰੱਖ ਔਰ ਅਸੀਂ ਗੁਰਬਾਣੀ ਨੂੰ ਫੋਲੋ ਕਰ ਸਕੀਏ। ਸੋ ਜਿਸ ਤਰ੍ਹਾਂ ਆਪਾਂ ਜ਼ਿਕਰ ਕੀਤਾ ਵੀ ਗੁਰਬਾਣੀ, ਕੀਰਤਨ, ਕਥਾ, ਵਿਚਾਰ ਜਿਹੜੀ ਹੈ ਉਹ ਇੱਕ ਸਿੱਖ ਵਾਸਤੇ ਬਹੁਤ ਜ਼ਰੂਰੀ ਹੈ ਔਰ ਇਸ ਦੇ ਉੱਤੇ ਬਹੁਤ ਇੰਪੋਰਟੈਂਸ ਦਿੱਤੀ ਜਾਂਦੀ ਹੈ। ਮੈਂ ਆਪਣੀ ਸਮਝ ਮੁਤਾਬਿਕ ਇਸ ਟੌਪਿਕ ਨੂੰ ਇਸ ਤਰ੍ਹਾਂ ਐਨਾਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸ਼ਬਦ ਕੀ ਹੈ, ਗੁਰੂ ਕੀ ਹੈ ਔਰ ਸਿੱਖ ਦਾ ਸ਼ਬਦ ਔਰ ਗੁਰੂ ਦਾ ਕੀ ਰਿਲੇਸ਼ਨ ਹੈ, ਗੁਰਬਾਣੀ ਕੀ ਹੈ, ਗੁਰਬਾਣੀ ਕਥਾ ਕੀ ਹੈ, ਵਿਚਾਰ ਕੀ ਹੈ ਔਰ ਇਹਨਾਂ ਦੀ ਆਪਸ ਦੇ ਵਿੱਚ ਕੀ ਇੰਪੋਰਟੈਂਸ ਹੈ, ਕਿਉਂ ਗੁਰੂ ਸਾਹਿਬ ਉਸ ਨੂੰ ਇੰਨੀ ਇੱਕ ਸਿਗਨੀਫੀਕੈਂਸ ਦੇ ਰਹੇ ਨੇ। ਸ਼ਬਦ ਜਿਹੜਾ ਹੈ ਉਹ ਉਸ ਨੂੰ ਹੋਰ ਧਰਮਾਂ ਦੇ ਵਿੱਚ ਇੰਗਲਿਸ਼ ਦੇ ਵਿੱਚ ਆਪਾਂ ਵਰਡ ਵੀ ਕਹਿ ਸਕਦੇ ਹਾਂ, ਪਰ ਸ਼ਬਦ ਇੱਕ ਗੁਰੂ ਦੀ ਟੀਚਿੰਗ ਹੈ ਜਿਹੜੀ ਕਿ ਅਸੀਂ ਸਿੱਖ ਧਰਮ ਦੇ ਵਿੱਚ ਇਹ ਗੱਲ ਕਹਿੰਦੇ ਹਾਂ ਕਿ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਸੋ ਉਹ ਜਿਹੜੀ ਬਾਣੀ ਹੈ, ਉਹ ਜਿਹੜਾ ਸ਼ਬਦ ਹੈ, ਉਹ ਅਸੀਂ ਇਹ ਮੰਨਦੇ ਹਾਂ ਕਿ that originates from the creator। ਤੁਸੀਂ ਉਸ ਕ੍ਰੀਏਟਰ ਨੂੰ ਜਿਸ ਤਰ੍ਹਾਂ ਗੁਰੂ ਸਾਹਿਬ ਜਪਜੀ ਸਾਹਿਬ ਦੇ ਵਿੱਚ ਕਹਿੰਦੇ ਨੇ ਵੀ ਉਹ ਫਾਰਮਲੈਸ ਹੈ, ਨਿਰੰਕਾਰ ਹੈ, ਨਿਰਵੈਰ ਹੈ, ਉਹਨੂੰ ਤੁਸੀਂ ਉਸ ਤਰ੍ਹਾਂ ਕਹਿ ਲਓ ਜਾਂ ਕਈ ਜਿਹੜੇ ਹੋਰ ਰਿਲੀਜਨਸ ਨੇ ਜਿਸ ਤਰ੍ਹਾਂ ਉਸ ਨੂੰ ਪ੍ਰਮਾਤਮਾ ਨੂੰ ਇੱਕ more humanized form ਦਿੰਦੇ ਨੇ, whatever you decide, but basically the concept is ਕਿ ਸ਼ਬਦ ਜਿਹੜਾ ਹੈ it's the word of the creator, it's the teaching of the guru। ਔਰ ਇਹ ਜਿਹੜੀ ਗੁਰੂ ਦੀ ਟੀਚਿੰਗ ਹੈ, ਇਸ ਗੁਰੂ ਦੀ ਟੀਚਿੰਗ ਦੇ ਥਰੂ, ਇਸ ਸ਼ਬਦ ਦੇ ਥਰੂ ਜਿਹੜਾ ਕ੍ਰੀਏਟਰ ਹੈ ਉਹ ਆਪਣੇ ਆਪ ਨੂੰ ਇਸ ਯੂਨੀਵਰਸ ਦੇ ਵਿੱਚ ਮੈਨੀਫੈਸਟ ਕਰ ਰਿਹਾ ਹੈ, ਉਹ ਉਸ ਦੇ ਜ਼ਰੇ ਜ਼ਰੇ ਦੇ ਵਿੱਚ ਸਮਾਇਆ ਹੋਇਆ ਹੈ। ਇਹੀ ਜਿਹੜਾ ਸ਼ਬਦ ਹੈ ਇਸ ਨੂੰ ਨਾਮ ਜਾਂ ਨਾਮ ਕਲਾ ਵਰਡ ਵੀ ਯੂਜ਼ ਕੀਤਾ ਗਿਆ ਹੈ ਗੁਰਬਾਣੀ ਦੇ ਵਿੱਚ। ਨਾਮ ਕਲਾ ਜਿਹੜਾ ਹੈ ਉਹ ਇੱਕ ਉਹ ਡਿਵਾਈਨ ਲਾਈਫ ਫੋਰਸ ਹੈ ਜਿਹੜੀ ਕਿ ਪਰਕੂਲੇਟ ਕਰਦੀ ਹੈ ਥਰੂ ਆਊਟ ਦੀ ਯੂਨੀਵਰਸ ਔਰ ਇੱਕ ਇਨਸਾਨ ਦੇ ਵਿੱਚ ਵੀ ਉਹ ਐਗਜ਼ਿਸਟ ਕਰਦੀ ਹੈ।
ਜਿਸ ਵੇਲੇ ਅਸੀਂ ਇਹ ਕਹਿੰਦੇ ਹਾਂ ਕਿ ਇੱਕ ਇਨਸਾਨ ਜਿਹੜਾ ਹੈ ਆਪਣੇ ਕ੍ਰੀਏਟਰ ਦੇ ਨਾਲ ਇੱਕ ਹੋ ਗਿਆ, ਪਰਮਾਤਮਾ ਦੇ ਨਾਲ ਜੁੜ ਗਿਆ ਹੈ, basically that level of enlightenment means that he has become aware of that divine life force that exists in him. और गुरु साहब ने इसनू इदा भी किया है कि नौनिध अमृत प्रभ का नाम देही में इसका विश्राम। वो जो परमात्मा दा वो ना है, उसका जो शब्द है, जी उसकी डिवाइन फोर्स है, लाइफ फोर्स है, वो इंसान दे शरीर दे विच एग्जिस्ट करती है। सुन समाद अनहते नाद कहन न जाई अचरज बिस्माद। उस परमात्मा की जी एक यूनीक क्रिएशन है, उसनू किया नहीं जा सकता पर उसनू महसूस किया जा सकता है। वो एक ऐसी अनस्ट्रक मैलोडी है कि भी जिसनू महसूस कर सकते हैं। और जिस दे उत्ते गुरु साहब की एक ह्यूमिलिटी है कि गुरु साहब ये कहते हैं कि जिस दे उत्ते परमात्मा की बख्शिश होंदी है, सिर्फ वही उस लाइफ फोर्स नू फील कर सकता है। इस दा जिहड़ा रिलेशन है उसनू समझण वास्ते गुरु साहब ने उसनू खुद खोल के एक्सप्लेन किया है सिद्ध गोश दे विच। जिस वेले सिद्ध जड़े ने वो गुरु साहब नू पुछदे ने भी तेरा गुरु कौन है, तो गुरु साहब जड़े ने वो उस वेले ये गल साफ साफ सिद्धा नू कहंदे ने भी जिहड़ा वो शब्द है, जिहड़ा वो वर्ड ऑफ गॉड है, जिहड़ा कि इस सारे यूनीवर्स दे विच परकुलेट किया होया है, जिहड़ा साडी सारियां दी जिहड़ी देही है उस दे विच एग्जिस्ट कर रहा है, वो मेरा गुरु है। वो जिहड़ा शब्द है उसनू गुरु साहब ने यह गल कही कि ये जिहड़ा शब्द है ये मेरा गुरु है। और गुरु साहब उस बारे कहते हैं कि भी वो जिहड़ा शब्द है वो मेरा गुरु है, और उस गुरु दा मैं या उस दे नाल जिहड़ी सुरत मेरी जुड़ी हुई है उस दा मैं चेला हाँ। सो एक इंपॉर्टेंट चीज़ है साडे लई समझनी कि भी शब्द की है, और वो जिहड़ा शब्द है दैट मैनिफेस्टेशन ऑफ द क्रिएटर वो साडे वास्ते गुरु है। क्यों? क्योंकि गुरु जड़ा है, असी अगर उसकी एक लिटरल ट्रांसलेशन या मीनिंग देखिए तो गुरु एक ऐसा गाइड है, एक ऐसा मास्टर है जिहड़ा कि साडी जिंदगी दे विचों, साडी सोच दे विचों, साडे मन दे विचों किसी भी किस्म की जिहड़ी डार्कनेस है, कोई भी जिहड़े साडे मन दे विच भरम ने, भुलेखे ने, उन्हां नूं दूर करता है। और गुरु जिहड़ा है वो साडे विच एक एनलाइटनमेंट क्रिएट करता है और सानू क्रिएटर दे नाल जोड़दा है। सो इत्थों असीं समझ सकते हैं भी एक सिख जिहड़ा है या गुरु नानक देव जी जिहड़े ने उन्होंने शब्द नूं अपना गुरु क्यों किया, और वो जिहड़ा गुरु है वो साडे वास्ते की कर रहा है। हुण ये असीं लोग इस चीज़ ते विचार कर सकते हैं, मतलब एक अपने आप दे विच एक सैपरेट टॉपिक बन जाएगा कि की जो गुरु साहब ने गुरु नूं एक दर्जा दिता है, जो गुरु की एक डेफिनेशन उन्होंने सानू दिती है कि कोई भी जिहड़े देहधारी गुरु ने उस लैवल तक कदी पहुंच सकते ने जिस लैवल के उत्ते गुरु साहब ने परमात्मा दे वर्ड नूं, शब्द नूं अपना गुरु मान के जिस दर्जे के उत्ते गुरु साहब ने उसनूं बिठाया है। सो ये एक चीज़ इंपॉर्टेंट है समझनी, क्योंकि असी जिस वेले किसी देहधारी गुरु के मगर जाने तो सानू ये सोचने की जरूरत है कि की ये उस मापदंड के उत्ते पूरा उतर रहा है। इज दिस पर्सन दैट आई एम ट्राइंग टू फॉलो, इज ही एक्चुअली ही और शी लिविंग अप टू दैट लेवल जो मेरे गुरु ने मेरे वास्ते क्रिएट किया है। एनीवेज दैट्स अ सैपरेट डिस्कशन। पर आपां ये देखिया भी शब्द जिहड़ा है वो एक मैनिफेस्टेशन है उस परमात्मा की, और गुरु साहब ने यह गल कही कि भी वो जिहड़ा शब्द है वो मेरा गुरु है, क्योंकि वो शब्द मैनू उस परमात्मा के नाल जोड़ रहा है। हुण वो शब्द जिहड़ा है वो गुरबाणी दे विच श्री गुरु ग्रंथ साहिब जी महाराज दे विच गुरु साहब ने दर्ज किया है, क्योंकि गुरु साहब ने किसी भी गुरु साहब ने यह गल नहीं कही कि भी ये मेरी समझ है। उन्होंने ये गल कही कि ये उस परमात्मा की साडे ते बख्शिश है, धुर की बाणी है। हुण वो जिहड़ा कंपाइलेशन ऑफ द शब्द है इन द गुरु ग्रंथ साहिब, उसनूं असीं
या जो गुरु साहब दे दिती हुए वाक ने, शब्द ने, उन्होंने असीं गुरबाणी कहने हाँ। और वो जिहड़ी कंपाइलेशन है उस नूं गुरु साहब ने ये गल कही है कि वो जिहड़ी बाणी है वो मेरे वास्ते गुरु है। बाणी गुरु, गुरु है बाणी, विच बाणी अमृत सारे, गुरबाणी कहे सेवक जन माने, प्रतख गुरु निस्तारे। जिस वेले वो इंसान जिहड़ा है वो उस गुरबाणी नूं पढ़दा है, सुनदा है, विचारदा है, ते गुरु साहब ये गल कह रहे ने कि भी उस वेले वो परमात्मा नूं प्रतख उस गुरबाणी दे विच, उस गुरु ग्रंथ साहब दे विच महसूस कर सकदा है, उस नूं जान सकदा है। और ये जिहड़ी बाणी है, ये जिहड़ा शब्द गुरु है, इसकी एक होर भी जिहड़ी इंपॉर्टेंस है वो ये है कि गुरु साहब कहते हैं सुनिए मनीए मन कीता पाओ, अंतरगत तीरथ मन लाओ। असी रोज ये बाणी जिहड़ी है जपजी साहब दे विच पढ़ते हाँ कि भी ये जिहड़े शब्द गुरु है, जिस वेले असी शब्द गुरु और गुरबाणी जिहड़ी है उसनूं आपां पढ़ते हाँ, सुनते हाँ, उस ते आपां विचार करते हाँ, दिस इज लाइक कि असी एक पानी दे विच किसी दरिया दे विच चुब्बी लगा के ते अपने आप नूं असी धो रहे हैं। ठीक है, उस तरह गुरु साहब कहते भी ये जिहड़ी बाणी है ये साडा जिहड़ा अंदर है, साडा जिहड़ा मन है, साडे मन दे विच जिहड़े कोई विकार ने, मैल है, उस सारे नूं क्लिनज करन दे विच साडी हैल्प करदी है। अंतरगत तीरथ मन लाओ, जो तीर्थां दे उत्ते जाके लोकी अपने पाप उतारन की कोशिश करते ने, गलत सोचां नूं, गलत कीते कम्मां नूं क्लैंज करन की कोशिश करते हैं। गुरु साहब कहते हैं कि वो क्लैंजिंग जिहड़ी है वो बाणी पढ़ के, सुन के, उसनूं मन के, उसनूं अपनी जिंदगी दे विच वसा के उस लैवल तो भी उपर दी क्लैंजिंग जिहड़ी है, जन्मां जन्मां दी जिहड़ी मैल है वो इंसान उतार सकता है। ये पावर है, ये वैल्यू है जो गुरु साहब गुरबाणी नूं और शब्द गुरु नूं दे रहे ने, जिसनूं वो कह रहे ने कि भी तुसी विचार करो। हुण अगे आपां थोड़ा जिहा देखिए कि भी कथा की चीज़ है और कथा विचार जड़ा है उस दे उत्ते गुरु साहब ने इन्नी इंपॉर्टेंस क्यों दी। आपां पहले देखिया कि शब्द गुरु की चीज़ है, गुरु साहब ने शब्द गुरु जड़ा है उसनूं इन कंपैरिजन टू देहधारी गुरु इंपॉर्टेंस क्यों दी है। और फिर उन्होंने असी ये देखा कि शब्द गुरु जड़ा है उसनूं गुरु साहब ने यह गल कही कि उस बाणी दे नाल तुसीं अपनी क्लैंजिंग जिहड़ी है वो असी कर सकते हैं। हुण उस बाणी दे उत्ते नाल ही सानूं गुरु साहब ये कह रहे ने कि तू उसनूं पढ़ भी, उसनूं सुन भी, उसनूं मन भी, पर नाल ही उस दे उत्ते विचार भी कर। विचार जड़ा है, कथा जड़ी है उसकी वो है, उसका लिटरल जड़ा मीनिंग है अगर देखिए तो वो है कि उस परमात्मा दियां जड़ियां सिफत सलाहां ने, जो उसकी गलबात हो रही है वो उस बारे डिस्कशन करनी, डिस्कोर्स करना, उस दियां सिफत सलाहां जड़ियां ने उन्हां दियां गल्लां बातां करनियां, उस नूं आपां कथा दा दर्जा या उसनूं कथा दा मीनिंग जड़ा है वो दिन्ने हां। और सुखमनी साहब दे विच आपां पढ़दे हां, गुरु साहब कहंदे ने, गुरु अर्जन देव जी महाराज, पार जात एओ हर को नाम, काम तेन हर हर गुण गाम, सब ते उत्तम हर की कथा, नाम सुनत दर्द दुख लथा। उस परमात्मा दी जिहड़ी कथा है वो सब तो उपर है, उसकी जिहड़ी सिफत सलाह दियां गल्लां ने वो सब तो उपर ने, इस तो भी ज्यादा उपर ने पारजात जिहड़ा एलसीएम ट्री है, जिसनूं कि मन्निया जाता है भी वो ट्री जिहड़ा है वो उस च डिवाइन पावर्स ने और वो इंसान दी जिहड़ियां इच्छावां ने उन्हां नूं पूरा कर सकदा है, इंसान दे दुख दर्द दूर कर सकता है। मन्निया जाता भी उस ट्री दे विच इन्नी पावर है। सेम थिंग गोज विद कामधेन जिहड़ी गां है, ठीक है, भी जिहड़ी विश फुलफिलिंग गां जिहड़ी है सनातन मत दे विच ये दोनों चीज़ां आंदियां ने भी ये मन्निया जाता है भी ये इंसान दियां विशेस पूरियां कर सकते हैं, इंसान दे दुख दर्द दूर कर सकते हैं। गुरु साहब कहते हैं भी नहीं, उस परमात्मा की जिहड़ी कथा है, उसकी जिहड़ी विचार है वो इन्हां चीज़ां तो भी उत्तम है। क्यों? नाम सुनत दर्द दुख लथा। इंसान का जिहड़ा हर किस्म का दर्द दुख मुश्किल है, उस परमात्मा का नाम सुन के, उस दे उत्ते विचार करके, उन्होंने रिसाइट करके
ਉਹ ਜਿਹੜਾ ਦਰਦ ਦੁੱਖ ਹੈ ਦੂਰ ਹੋ ਜਾਂਦਾ ਹੈ। ਔਰ ਆਪਾਂ ਰੋਜ਼ ਇਹ ਗੱਲ ਪੜ੍ਹਦੇ ਹਾਂ ਕਿ ਵੀ ਗੁਰੂ ਸਾਹਿਬ ਇਹ ਕਹਿੰਦੇ ਨੇ ਕਿ ਇਹ ਸੰਸਾਰ, ਇਹ ਜਿਹੜਾ ਸੰਸਾਰ ਹੈ, ਇਹ ਕਈ ਕਿਸਮ ਦੇ ਜਿਹੜੇ ਵਿਕਾਰ ਨੇ, ਵਿਸ਼ੇ ਵਿਕਾਰਾਂ ਦੇ ਨਾਲ ਭਰਿਆ ਹੋਇਆ ਹੈ। ਪਰ ਇਸ ਦੇ ਵਿੱਚੋਂ ਜਿਹੜਾ ਬ੍ਰਹਮ ਗਿਆਨੀ ਹੈ, ਸਿਰਫ ਉਹ ਪਾਰ ਨਿਕਲ ਸਕਦਾ ਹੈ। ਇਹ ਸੰਸਾਰ ਵਿਕਾਰ ਸੰਸੇਮ ਹੈ, ਤਰਿਓ ਬ੍ਰਹਮ ਗਿਆਨੀ। ਲੇਕਿਨ ਉਹ ਬ੍ਰਹਮ ਗਿਆਨੀ ਜਿਹੜਾ ਹੈ, ਉਹ ਬ੍ਰਹਮ ਗਿਆਨੀ ਕਿਸ ਤਰ੍ਹਾਂ ਬਣਦਾ ਹੈ, ਜਾਂ ਉਹ ਬ੍ਰਹਮ ਗਿਆਨੀ ਕੌਣ ਹੈ? ਉਹ ਬ੍ਰਹਮ ਗਿਆਨੀ ਉਹ ਹੈ ਜਿਹੜਾ ਕਿ ਉਸ ਪਰਮਾਤਮਾ ਦੀ ਜਿਹੜੀ ਕਥਾ ਦੀ ਰਸ ਹੈ, ਜਿਹੜੀ ਉਸ ਦੇ ਵਿੱਚ ਉਹ ਲੱਗਾ ਹੋਇਆ ਹੈ, ਉਸ ਦੇ ਵਿੱਚ ਉਹ ਭਿੱਜਿਆ ਹੋਇਆ ਹੈ। ਜਿਸੇ ਜਗਾਏ ਪਿਆਵੇ ਇਹ ਰਸ, ਅਕਥ ਕਥਾ ਤਿਨ ਜਾਣੀ। ਔਰ ਜਿਸ ਵੇਲੇ ਉਸ ਪਰਮਾਤਮਾ ਦੀ ਉਸ ਦੇ ਉੱਤੇ ਬਖਸ਼ਿਸ਼ ਹੁੰਦੀ ਹੈ, ਤਾਂ ਉਹ ਜਿਹੜੀ ਇਹ ਅਕਥ ਕਥਾ ਹੈ, ਉਸ ਦੇ ਵਿੱਚ ਉਹ ਲੀਨ ਹੋ ਕੇ ਇਸ ਵਿਸ਼ੇ ਵਿਕਾਰਾਂ ਵਾਲਾ ਜਿਹੜਾ ਸੰਸਾਰ ਹੈ, ਉਸ ਦੇ ਵਿੱਚੋਂ ਉਹ ਆਪਣੇ ਆਪ ਨੂੰ ਕੱਢ ਸਕਦਾ ਹੈ। ਜਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਉਸ ਨੂੰ ਇੱਕ ਬ੍ਰਹਮ ਗਿਆਨੀ ਦਾ ਜਿਹੜਾ ਪਦਵੀ ਹੈ, ਉਹ ਉਸ ਨੂੰ ਮਿਲਦੀ ਹੈ। ਇਸੇ ਤਰ੍ਹਾਂ ਅੱਗੇ ਗੁਰੂ ਸਾਹਿਬ ਜਿਹੜੇ ਨੇ, ਉਹ ਜਿਹੜੇ ਵੀ ਕੋਈ ਸੱਜਣ ਮਿੱਤਰ ਦੋਸਤ ਉਸ ਪਰਮਾਤਮਾ ਦੀ ਸਿਫਤ ਸਲਾਹ ਦੀਆਂ ਗੱਲਾਂ ਕਰਦੇ ਨੇ, ਉਹਨਾਂ ਨੂੰ ਉਹ ਕਹਿੰਦੇ ਵੀ ਇਹ ਮੇਰੇ ਦੋਸਤ ਨੇ, ਇਹ ਮੇਰੇ ਮੀਤ ਨੇ, ਇਹ ਮੇਰੇ ਰਿਸ਼ਤੇਦਾਰ ਨੇ। ਗੁਰੂ ਸਾਹਿਬ ਉਹਨਾਂ ਨੂੰ ਰਿਸ਼ਤੇਦਾਰ ਨਹੀਂ ਕਹਿੰਦੇ ਜਿਨ੍ਹਾਂ ਦੇ ਨਾਲ ਇਨਸਾਨ ਜਿਹੜਾ ਹੈ ਉਹ ਕੋਈ ਜੀਵਨ ਬਤੀਤ ਕਰ ਰਿਹਾ ਹੈ, ਜਾਂ ਜਿਨ੍ਹਾਂ ਦੇ ਨਾਲ ਕੋਈ ਉਸ ਦਾ ਫਿਜ਼ੀਕਲ ਰਿਲੇਸ਼ਨਸ਼ਿਪ ਹੈ। ਗੁਰੂ ਸਾਹਿਬ ਇਹ ਕਹਿੰਦੇ ਨੇ ਕਿ ਜੋ ਉਹ ਕਥਾ ਕਹਾਣੀਆਂ ਜਿਹੜੀਆਂ ਨੇ ਉਸ ਪਰਮਾਤਮਾ ਦੀਆਂ, ਜਿਹੜੇ ਮੈਨੂੰ ਉਹ ਸੁਣਾਉਂਦੇ ਨੇ, ਜਾਂ ਜਿਨ੍ਹਾਂ ਦੇ ਨਾਲ ਮੈਂ ਬੈਠ ਕੇ ਉਹ ਵਿਚਾਰ ਕਰਦਾ ਹਾਂ, ਉਹ ਮੇਰੇ ਮੀਤ ਨੇ, ਉਹ ਮੇਰੇ ਰਿਸ਼ਤੇਦਾਰ ਨੇ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆ, ਬਲਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ। ਆਏ ਮਿਲ ਗੁਰ ਸਿੱਖ ਆਏ ਮਿਲ, ਆਓ ਮੇਰੇ ਗੁਰੂ ਦੇ ਸਿੱਖੋ, ਆਓ ਅਸੀਂ ਮਿਲੀਏ। ਤੂੰ ਮੇਰੇ ਗੁਰੂ ਕੇ ਪਿਆਰੇ, ਹਰ ਕੇ ਗੁਣ ਹਰ ਭਾਵ ਦੇ, ਸੇ ਗੁਰੂ ਤੇ ਪਾਏ। ਜਿਨ ਗੁਰ ਕਾ ਭਾਣਾ ਮੰਨਿਆ, ਤਿਨ ਘੁੰਮ ਘੁੰਮ ਜਾਏ। ਗੁਰੂ ਸਾਹਿਬ ਕਹਿੰਦੇ ਵੀ ਮੈਂ ਉਸ ਦੇ ਬਲਹਾਰੀ ਜਾਣਾ ਜਿਸਨੇ ਕਿ ਉਸ ਪਰਮਾਤਮਾ ਦੇ ਜਿਹੜਾ ਭਾਣਾ ਹੈ ਉਸ ਨੂੰ ਮੰਨਿਆ ਹੈ, ਉਸ ਨੂੰ ਐਕਸੈਪਟ ਕੀਤਾ ਹੈ, ਔਰ ਉਹ ਉਸ ਦੇ ਰਾਹ ਦੇ ਉੱਤੇ ਚੱਲ ਰਿਹਾ ਹੈ। And this also goes back to something that we had discussed earlier, कि Gurbani in essence is a focus on two things, or a comparison between two things, Gurmukh and Manmukh, Gurmat and Manmat। ਜਿਹੜਾ ਗੁਰੂ ਦਾ ਭਾਣਾ ਮੰਨ ਰਿਹਾ ਹੈ, ਜਿਸ ਦਾ ਧਿਆਨ ਗੁਰੂ ਵੱਲ ਹੈ, versus that ਜੋ ਆਪਣੀ ਮਰਜ਼ੀ ਦੇ ਨਾਲ, ਆਪਣੀ ਮਨਮਤ ਦੇ ਹਿਸਾਬ ਦੇ ਨਾਲ ਆਪਣਾ ਜੀਵਨ ਜਿਹੜਾ ਹੈ ਉਹ ਬਤੀਤ ਕਰ ਰਿਹਾ ਹੈ। ਸੋ ਜਿਹੜੇ ਗੁਰਮੁਖ ਨੇ, ਗੁਰਮਤ ਦੇ ਅਨੁਸਾਰ ਚੱਲ ਰਹੇ ਨੇ, ਗੁਰੂ ਸਾਹਿਬ ਜਿਹੜੇ ਨੇ ਉਹ ਕਹਿੰਦੇ ਵੀ ਉਹ ਮੇਰੇ ਰਿਸ਼ਤੇਦਾਰ ਨੇ। ਔਰ ਇਹ ਜਿਹੜੀ ਸਿਫਤ ਸਲਾਹ ਦੀ ਗੱਲ ਹੈ, ਇਸ ਨੂੰ ਅੱਗੇ ਹੋਰ ਗੁਰੂ ਸਾਹਿਬ ਕਈ ਸ਼ਬਦ ਜਿਹੜੇ ਨੇ ਗੁਰਬਾਣੀ ਦੇ ਵਿੱਚ, ਮੈਂ ਜਿਸ ਵੇਲੇ ਇਸ ਚੀਜ਼ ਨੂੰ ਤਿਆਰ ਕਰ ਰਿਹਾ ਸੀਗਾ, ਆਈ ਵਾਸ ਸਰਪ੍ਰਾਈਜ਼ਡ ਕਿ ਗੁਰਬਾਣੀ ਕਥਾ ਔਰ ਗੁਰਬਾਣੀ ਵਿਚਾਰ ਜਿਹੜੀ ਹੈ, ਗੁਰੂ ਗ੍ਰੰਥ ਸਾਹਿਬ ਉਸ ਦੇ ਉੱਤੇ ਇੰਨੀ ਜ਼ਿਆਦਾ ਇੰਪੋਰਟੈਂਸ ਦਿੰਦਾ ਹੈ ਕਿ there is no limit to the number of ਸ਼ਬਦ which speak about this। ਗੁਰੂ ਸਾਹਿਬ ਜਿਹੜੇ ਗੁਰੂ ਨਾਨਕ ਦੇਵ ਜੀ ਜਿਸ ਤਰ੍ਹਾਂ ਇਸ ਸ਼ਬਦ ਦੇ ਵਿੱਚ ਸ੍ਰੀ ਰਾਗ ਮਹੱਲਾ ਪਹਿਲਾ ਦੇ ਵਿੱਚ, ਸਾਧੂ ਮਿਲੇ ਸਾਧ ਮਿਲੇ ਸਾਧੂ ਜਣੇ, ਸੰਤੋਖ ਵਸੇ ਗੁਰ ਪਾਏ, ਅਕਥ ਕਥਾ ਵਿਚਾਰੀਏ ਜੇ ਸਤਿਗੁਰ ਮਾਹੇ ਸਮਾਏ। ਪੀ ਅੰਮ੍ਰਿਤ ਸੰਤੋਖੀਏ ਦਰਗਹਿ ਪੈਦੇ ਜਾਏ। ਉਸ ਪਰਮਾਤਮਾ ਦੀ ਜਿਹੜੀ ਦਰਗਾਹ ਹੈ ਉਸ ਦੇ ਵਿੱਚ ਉਹਨਾਂ ਨੂੰ ਜਗ੍ਹਾ ਮਿਲਦੀ ਹੈ। ਕੌਣ? ਜਿਹੜੇ ਉਹ ਸਾਧ, ਜਿਹੜੇ ਉਹ ਬਲੈਸਡ ਸੋਲਸ, ਹੋਰ ਬਲੈਸਡ ਸੋਲਸ ਨੂੰ ਮਿਲ ਕੇ ਉਸ ਪਰਮਾਤਮਾ ਦੀ ਜਿਹੜੀ ਗੱਲਬਾਤ ਹੈ, ਸਿਫਤ ਸਲਾਹ ਹੈ, ਉਸ ਦੇ ਉੱਤੇ ਵਿਚਾਰ ਕਰਦੇ ਨੇ, ਔਰ ਉਸ ਪਰਮਾਤਮਾ ਦੀ ਉਸ ਵਿਚਾਰ ਦੇ ਵਿੱਚ, ਉਸ ਦੀ ਗੱਲਬਾਤ ਦੇ ਵਿੱਚ ਉਹ ਇੰਨਾ ਸਮਾ ਜਾਂਦੇ ਨੇ ਕਿ ਉਹ ਇੱਕ ਅੰਮ੍ਰਿਤਮਈ ਚੀਜ਼ ਉਹਨਾਂ ਦੇ ਵਾਸਤੇ ਬਣ ਜਾਂਦੀ ਹੈ। ਉਹਨਾਂ ਨੂੰ ਟੋਟਲ ਕੰਟੈਂਟਮੈਂਟ ਉਸ 'ਚ ਮਿਲਦੀ ਹੈ। ਹਰ ਹਰ ਨਾਮ ਕਥਾ ਨਿਤ ਸੁਣੀਏ, ਮਿਲ ਸਤ ਸੰਗਤ ਹਰ ਗੁਣ ਗਾਏ, ਜਗ ਭੌਜਲ ਦੁੱਤਰ ਤਰੀਏ ਜੀਓ। ਇਹ ਜਿਹੜੀ ਦੁਨੀਆ ਹੈ, ਇਸ ਵਾਸਤੇ ਗੁਰਬਾਣੀ ਜਿਹੜੀ ਹੈ ਉਹ ਬਾਰ-ਬਾਰ ਕਈ ਕਿਸਮ ਦੇ ਵਰਡਸ ਯੂਜ਼ ਕਰਦੀ ਹੈ ਕਿ ਵੀ ਇਹ ਜਗ ਜਿਹੜਾ ਹੈ ਇਹ ਭੌਜਲ ਹੈ, ਦੁੱਤਰ ਹੈ। ਇਸ ਕਿਸਮ ਦੇ ਕਈ ਜਿਹੜੇ ਵਰਡਸ ਨੇ ਗੁਰਬਾਣੀ ਦੇ ਵਿੱਚ ਯੂਜ਼ ਹੋਏ ਨੇ।
पर गुरु साहब कहते हैं कि भी जिस वे उस परमात्मा का जोड़ा नाम है उस दे उत्ते विचार हुंदी है, उसकी सिफत सलाह जिहड़ी है उसकी गलबात हुंदी है, असीं वो गलबात करते हाँ या असीं उस गलबात नूं सुणदे हाँ, ते उस दे नाल साडे विच एक उस लैवल दी एनलाइटनमेंट आंदी है जिस दे नाल कि असीं इस डिफिकल्ट वर्ल्डली ओशन जिहड़ा एक है जिसनों कई थावां दे उत्ते ओशन ऑफ फायर भी किया गया है, दुत्तर है, होर कई वर्ड्स यूज हुए ने कि भी वी कैन क्रॉस दिस वेरी ईजीली। देखो परमात्मा ने ਅਸੀਂ ਸਾਰੇ ਇਸ ਗੱਲ ਦੇ ਉੱਤੇ ਕਦੀ ਨਾ ਕਦੀ ਕਿਤੇ ਨਾ ਕਿਤੇ ਵਿਚਾਰ ਕਰਦੇ ਹਾਂ। ਹਰ ਬੰਦੇ ਦੇ ਮਨ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਵੀ ਮੈਂ ਇਸ ਦੁਨੀਆ ਦੇ ਉੱਤੇ ਅਗਰ ਆਇਆ ਤੇ ਮੇਰੇ ਆਉਣ ਦਾ ਕੀ ਮਕਸਦ ਹੈ? Why have I come here? Is there a bigger purpose to my coming here? ਜਾਂ परमात्मा ने मैंने सिर्फ इतने घूमन फिरन वास्ते भेजा, राइट? एंड देन जे कोई बंदा किसी मुश्किल चों निकल रहा है तो वो मन च ये गल आती है कि भी यार ये तो काम बड़ा औखा है, राइट? This is like a ocean of fire that I have to live through. Why am I even here? अगर मैंने इन्हीं प्रॉब्लम्स आनियां सीगियां तो then why come here? What's the purpose behind all of this? So whatever the purpose is, living in this world and passing through this world becomes easy. Guru Sahib कहते हैं if you imbue his name in your daily life and if you reflect upon Gurbani and the teachings of Guru Sahib, and not only that, जो गुरु साहब ਦੀਆਂ ਟੀਚਿੰਗਸ ਨੇ ਉਹਨਾਂ ਦੇ ਉੱਤੇ ਬੈਠ ਕੇ ਇੱਕ ਦੂਸਰੇ ਦੇ ਨਾਲ ਵਿਚਾਰ ਕਰੋ, that's the level of importance that Guru Sahib places on ਕਥਾ and ਵਿਚਾਰ। ਹੁਣ ਇੱਥੇ ਇੱਕ ਗੱਲ ਇਹ ਆ ਜਾਂਦੀ ਹੈ ਕਿ ਵੀ ਇਹ ਜਿਹੜੀ ਕਥਾ ਵਿਚਾਰ ਹੈ ਗੁਰੂ ਸਾਹਿਬ ਨੇ ਇਸ ਹੁਕਮ ਦੇ ਵਿੱਚ ਸਾਨੂੰ ਇਹ ਗੱਲ ਕਹੀ ਕਿ ਵੀ ਇਹ ਕਥਾ ਵਿਚਾਰ ਜਿਹੜੀ ਹੈ ਆਪਾਂ ਰੋਜ਼ ਕਰਨੀ ਹੈ, ਡੇਲੀ ਕਰਨੀ ਹੈ, ਰਾਈਟ? और वो क्यों करनी है? गुरु साहब कहते हर गुण उसका भी जवाब, हर चीज़ जो सवाल साढ़े मन च आंदा है उसका जवाब किते ना किते गुरु ग्रंथ साहब दे विच गुरु साहब ने ऑलरेडी एंटिसिपेट करके दिता होया है। गुरु साहब कहते हैं हर गुण पढ़िए, हर गुण गुणिए, उसनू पढ़ो, गुणा नू पढ़ के उन्हां गुणा नू लिव करो, हर हर नाम कथा नित सुनिए, उस परमात्मा की जिहड़ी कथा है वो रोज सुनो, मिल सत संगत। ਹੁਣ ਇੱਥੇ ਇੱਕ ਇੰਪੋਰਟੈਂਟ ਗੱਲ ਆ ਰਹੀ ਹੈ ਜਿਹੜੀ ਆਪਾਂ ਪਹਿਲੇ ਵੀ ਇੱਕ ਦੋ ਵਾਰੀ ਵਿਚਾਰ ਕੀਤੀ ਸੀ ਕਿ ਇੰਪੋਰਟੈਂਸ ਆਫ ਸੰਗਤ ਕੀ ਹੈ। ਗੁਰੂ ਸਾਹਿਬ ਇਹ ਗੱਲ ਕਹਿ ਰਹੇ ਨੇ ਕਿ ਸੰਗਤ ਦੇ ਵਿੱਚ ਬੈਠ ਕੇ ਮਿਲ ਸਤ ਸੰਗਤ ਹਰ ਗੁਣ ਗਾਏ, ਕੀਰਤਨ ਕਰੋ ਜੋ ਉਸ ਦੀ ਪ੍ਰਮਾਤਮਾ ਦੀ ਸਿਫਤ ਸਲਾਹ ਹੈ, ਜਗ ਭੌਜਲ ਦੁੱਤਰ ਤਰੀਏ ਜੀਓ। ਫਿਰ ਉਹੀ ਗੱਲ ਜਿਹੜੀ ਹੈ ਉਹ ਗੁਰੂ ਸਾਹਿਬ ਨੇ ਕੀਤੀ ਹੈ ਔਰ ਆਪਾਂ ਇਹ ਹਰ ਰੋਜ਼ ਇਸ ਗੱਲ ਨੂੰ ਪੜ੍ਹਦੇ ਹਾਂ ਜਿਹੜਾ कि भी गुरु साहब जपजी साहब दे विच कहंदे ने अमृत वेला सच नाओ वडियाई विचार daily, and then there is an added incentive, added instruction जिहड़ी गुरु साहब कह रहे ने कि अमृत वेले। सो इसनूं तुसीं इदां भी देख सकदे हो कि जिस वेले भी तुसीं उस परमात्मा नूं याद कर रहे हो, उस परमात्मा दा नाम जिहड़ा है वो जप रहे हो, ਉਸ ਤੇ ਕੀਤੇ ਹੋਏ ਉਸ ਦੀ ਜਿਹੜੀ ਬਾਣੀ ਹੈ ਉਸ ਦੀ ਆਪਾਂ ਕਥਾ ਵਿਚਾਰਾਂ ਕਰ ਰਹੇ ਹਾਂ, ਉਹ ਸਾਡੇ ਵਾਸਤੇ ਇੱਕ ਅੰਮ੍ਰਿਤ ਵੇਲਾ ਬਣ ਜਾਂਦਾ ਹੈ। ਪਰ ਗੁਰੂ ਸਾਹਿਬ ਇਹ ਕਹਿ ਰਹੇ ਨੇ ਕਿ ਇਸ ਨੂੰ ਨਿਤ ਕਰ, ਨਿਤ ਸੁਣੀਏ, ਠੀਕ ਹੈ, ਔਰ ਸਤ ਸੰਗਤ ਦੇ ਵਿੱਚ ਨਿਤ ਬੈਠ, ਨਿਤ ਗਾ, right? And then additionally Guru Sahib is saying you know if you can do it at Amrit Vela that's even better, but the other way to look at it is maybe whatever that time is when we get together and do the recitation, do the kirtan, you know, do the katha vichar, that becomes Amrit Vela for all of us। और विचार जड़ा है ਆਪਾਂ ਜਿੱਦਾਂ ਪਹਿਲੇ ਵੀ ਉਹਨੇ ਗੱਲ ਕੀਤੀ ਕਿ ਵੀ ਸਿਰਫ ਕਥਾ ਕਰਨੀ ਨਹੀਂ ਹੈ, ਇੱਕ ਡਿਸਕੋਰਸ ਜਿਹੜਾ ਹੈ ਉਸ ਦੇ ਵਿੱਚ ਵੀ ਆਪਾਂ ਇੰਡਲਜ ਕਰਨਾ ਹੈ। ਬਿਕੋਜ਼ ਮੈਂ ਇਹ ਗੱਲ ਦੇਖੀ ਹੈ ਕਿ ਇਨਸਾਨ ਉਸ ਵੇਲੇ ਕੋਈ ਚੀਜ਼ ਸਿੱਖਦਾ ਹੈ, ਪ੍ਰੋਪਰਲੀ ਉਸ ਨੂੰ ਸਮਝਦਾ ਹੈ ਜਿਸ ਵੇਲੇ ਕਿ ਉਹ ਕਿਸੇ ਹੋਰ ਦੇ ਨਾਲ ਵਿਚਾਰ ਕਰਦਾ ਹੈ। ਆਪਣੇ ਆਪ ਦੇ ਵਿੱਚ ਅਸੀਂ ਬਾਣੀ ਪੜ੍ਹ ਲਈ, ਬਹੁਤ ਅੱਛੀ ਗੱਲ ਹੈ, ਅੰਮ੍ਰਿਤ ਵੇਲੇ ਉੱਠ ਗਏ, ਉੱਠ ਕੇ ਅਸੀਂ ਕੀਰਤਨ ਸੁਣ ਲਿਆ, ਅਸੀਂ ਆਪ ਨਿਤਨੇਮ ਦੇ ਪਾਠ ਕਰ ਲਏ, ਬਿਊਟੀਫੁਲ, ਨਥਿੰਗ ਲਾਈਕ ਇਟ। ਬਟ ਅਗਰ ਸਾਡੇ ਮਨ ਦੇ ਵਿੱਚ ਕੋਈ ਡਾਊਟ ਹੈ, ਸਾਡੇ ਮਨ ਦੇ ਵਿੱਚ ਕੋਈ ਖਿਆਲ ਆਉਂਦਾ ਹੈ, ਕੋਈ ਸਵਾਲ ਆਉਂਦਾ ਹੈ, ਤਾਂ ਉਸ ਨੂੰ ਦੂਰ ਕਰਨ ਦਾ ਬੈਸਟ ਤਰੀਕਾ ਇਹ ਹੈ ਕਿ ਅਸੀਂ ਉਸ
ਪੜ੍ਹੀ ਸੁਣੀ ਬਾਣੀ ਦੇ ਉੱਤੇ ਵਿਚਾਰ ਕਰੀਏ। ਹੁਣ ਇਹ ਇੱਕ ਪ੍ਰੋਬੇਬਲੀ ਇਟਸ ਅ ਸੈਪਰੇਟ ਟੌਪਿਕ ਫॉर ਅ ਡਿਸਕਸ਼ਨ ਅਨਦਰ ਡੇ, ਕਿ ਵੀ ਉਹ ਵਿਚਾਰ ਜਿਹੜਾ ਹੈ ਕਿ ਅਸੀਂ ਸਿਰਫ ਸੰਗਤ ਦੇ ਵਿੱਚ ਹੀ ਬੈਠ ਕੇ ਕਰ ਸਕਦੇ ਹਾਂ ਕਿ ਉਸ ਦਾ ਕੋਈ ਹੋਰ ਵੀ ਤਰੀਕਾ ਹੈ। ਕਿ ਗੁਰਬਾਣੀ ਜਿਹੜੀ ਹੈ ਉਸ ਦੇ ਵਿੱਚ ਕਈ ਥਾਵਾਂ ਤੇ ਇਸ ਦਾ ਐਗਜ਼ਾਮਪਲ ਆਉਂਦਾ ਹੈ ਕਿ ਉਹ ਜਿਹੜਾ ਵਿਚਾਰ ਹੈ ਉਹ ਅਸੀਂ ਆਪਣੇ ਆਪ ਵੀ ਕਰ ਸਕਦੇ ਹਾਂ। ਆਪਣੇ ਆਪ ਦੇ ਨਾਲ ਵੀ ਇਨਸਾਨ ਜਿਹੜਾ ਹੈ ਉਹ ਡਿਸਕੋਰਸ ਕਰ ਸਕਦਾ ਹੈ, ਆਪਣੇ ਆਪ ਦੇ ਨਾਲ ਵੀ ਇਨਸਾਨ ਜਿਹੜਾ ਹੈ ਉਹ ਸੰਗਤ ਕਰ ਸਕਦਾ ਹੈ। ਬਟ ਜਿਹੜੀ ਉਸ ਪ੍ਰਮਾਤਮਾ ਦੀ ਸਤ ਸੰਗਤ ਹੈ, ਹੋਰ ਗੁਰਸਿੱਖਾਂ ਦੇ ਨਾਲ ਜਿਹੜਾ ਜੁੜ ਬੈਠਣਾ ਹੈ, ਉਸ ਨੂੰ ਸਭ ਤੋਂ ਜ਼ਿਆਦਾ ਇੰਪੋਰਟੈਂਸ ਦਿੱਤੀ ਗਈ ਹੈ। ਔਰ ਇਸ ਲਈ ਇਹ ਜਿਹੜਾ ਸ਼ਬਦ ਆਪਾਂ ਹੁਣੇ ਪਹਿਲੇ ਵੀ ਪੜ੍ਹਿਆ ਸੀਗਾ ਵੀ ਸਾਧ ਮਿਲੇ ਸਾਧੂ ਜਨੇ ਸੰਤੋਖ ਵਸੇ ਗੁਰ ਪਾਏ, ਉਹ ਜਿਹੜਾ ਵਿਚਾਰ ਹੈ ਔਨ ਅ ਡੇਲੀ ਬੇਸਿਸ ਜਿਹੜਾ ਹੈ ਕੰਟੈਂਪਲੇਸ਼ਨ ਜਿਹੜੀ ਹੈ ਉਹ ਸੰਗਤ ਦੇ ਨਾਲ ਬੈਠ ਕੇ ਜਿਹੜੀ ਹੈ ਉਹ ਕਰਨੀ ਬਹੁਤ ਜ਼ਰੂਰੀ ਹੈ। ਔਰ ਸਿਰਫ ਕਥਾ ਹੀ ਨਹੀਂ ਕਰਨੀ, ਉਸ ਦੇ ਉੱਤੇ ਵਿਚਾਰ ਵੀ ਕਰਨਾ ਹੈ। ਔਰ ਉਹ ਜਿਹੜੀ ਇੱਕ ਕਥਾ ਔਰ ਵਿਚਾਰ ਹੈ ਉਸ ਬਾਰੇ ਗੁਰੂ ਸਾਹਿਬ ਕਹਿੰਦੇ ਨੇ, ਤਿਸ ਬਿਨ ਮੇਰਾ ਕੋ ਨਹੀਂ ਜਿਸ ਕਾ ਜਿਉ ਪ੍ਰਾਣ। ਇਹ ਪ੍ਰਮਾਤਮਾ ਤੇਰੇ ਬਿਨਾ ਹੋਰ ਮੇਰਾ ਕੋਈ ਨਹੀਂ ਹੈ। ਹਉਮੈ ਮਮਤਾ ਜਲ ਬਲੋ ਲੋਭ ਜਲੋ ਅਭਮਾਨ, ਨਾਨਕ ਸ਼ਬਦ ਵਿਚਾਰੀਏ ਪਾਈਏ ਗੁਣੀ ਨਿਦਾਨ। ਜਿਹੜੇ ਇਨਸਾਨ ਨੂੰ ਗੁਣ ਮਿਲ ਰਹੇ ਨੇ ਉਹ ਸੰਗਤ ਚ ਮਿਲ ਰਹੇ ਨੇ। ਜਿਸ ਵੇਲੇ ਉਹ ਸੰਗਤ ਦੇ ਵਿੱਚ ਬੈਠ ਕੇ ਉਸ ਪ੍ਰਮਾਤਮਾ ਦਾ ਜਿਹੜਾ ਸ਼ਬਦ ਹੈ ਉਸ ਦੇ ਉੱਤੇ ਵਿਚਾਰ ਕਰ ਰਿਹਾ ਹੈ, ਉਹ ਜਿਹੜਾ ਸ਼ਬਦ ਹੈ ਜਾਂ ਸ਼ਬਦ ਦੇ ਉੱਤੇ ਜਿਹੜਾ ਵਿਚਾਰ ਹੈ ਉਹ ਇੱਕ ਅੰਮ੍ਰਿਤ ਪੀਣ ਦੇ ਬਰਾਬਰ ਹੈ, ਜਿਸ ਦੇ ਨਾਲ ਕਿ ਇਨਸਾਨ ਨੂੰ ਸੰਤੋਖ ਮਿਲ ਰਿਹਾ ਹੈ। ਔਰ ਦਰਗਾਹ ਦੇ ਵਿੱਚ ਉਸ ਨੂੰ ਗੁਰੂ ਸਾਹਿਬ ਕਹਿ ਰਹੇ ਨੇ ਕਿ ਐਕਸੈਪਟੈਂਸ ਮਿਲ ਰਹੀ ਹੈ। ਔਰ ਇਹ ਜਿਹੜੀ ਸ਼ਬਦ ਵਿਚਾਰ ਹੈ, ਕਥਾ ਹੈ, ਇਸ ਦੇ ਨਾਲ ਗੁਰੂ ਸਾਹਿਬ ਕਹਿੰਦੇ ਨੇ ਕਿ ਇਨਸਾਨ ਦੀ ਜਿਹੜੀ ਮੈਲ ਹੈ ਉਹ ਲੱਥ ਜਾਂਦੀ ਹੈ। ਆਪਾਂ ਪਹਿਲੇ ਵੀ ਹੁਣੇ ਜਿਸ ਤਰ੍ਹਾਂ ਸ਼ਬਦ ਪੜਿਆ ਵੀ ਅੰਤਰਗਤ, ਜਿਹੜੀ ਉਸ ਦੀ ਅੰਦਰੋਂ ਇੱਕ ਕਿਸਮ ਦੀ ਕਲੈਂਜ਼ਿੰਗ ਜਿਹੜੀ ਹੈ ਉਹ ਉਸ ਦੀ ਕਲੈਂਜ਼ਿੰਗ ਹੁੰਦੀ ਹੈ। ਇੱਕ ਤਾਂ ਇਹ ਵੀ ਅਸੀਂ ਨਹਾ ਲੈਂਦੇ ਹਾਂ, ਸਾਬਣ ਲਾ ਲੈਂਦੇ ਹਾਂ, ਪਾਣੀ ਪਾ ਲੈਂਦੇ ਹਾਂ ਸਰੀਰ ਤੇ, ਉਹਦੇ ਨਾਲ ਸਾਡਾ ਸਰੀਰ ਜਿਹੜਾ ਬਾਹਰੋਂ ਧੁੱਪ ਜਾਂਦਾ ਹੈ, ਪਰ ਅੰਦਰੋਂ ਜਿਹੜੀ ਮੈਲ ਹੈ ਇਨਸਾਨ ਦੀ ਉਸ ਨੂੰ ਉਤਾਰਨ ਦਾ ਇੱਕੋ ਤਰੀਕਾ ਹੈ ਔਰ ਉਹ ਹੈ ਸੁਣ ਹਰ ਕਥਾ ਉਤਾਰੀ ਮੈਲ। ਔਰ ਉਸ ਦੇ ਨਾਲ ਗੁਰੂ ਸਾਹਿਬ ਕਹਿੰਦੇ ਨੇ ਕਿ ਵੀ ਇੰਨੇ ਮੇਰੇ ਵੱਡੇ ਭਾਗ ਨੇ ਉਸ ਸਾਧ ਸੰਗ ਦੇ ਵਿੱਚ ਜਾ ਕੇ ਉਸ ਪ੍ਰਮਾਤਮਾ ਦੀ ਕਥਾ ਉਸ ਤੇ ਵਿਚਾਰ ਕਰਨ ਦੇ ਨਾਲ ਪਾਰ ਬ੍ਰਹਮ ਸਿਉ ਲਾਗੋ ਰੰਗ, ਉਹ ਪ੍ਰਮਾਤਮਾ ਦਾ ਰੰਗ ਮੇਰੇ ਉੱਤੇ ਚੜ ਗਿਆ। ਉਹ ਪ੍ਰਮਾਤਮਾ ਜਿਹੜਾ ਹੈ ਉਸ ਦੇ ਨਾਲ ਮੈਂ ਇੱਕ ਹੋ ਗਿਆ ਹਾਂ। ਇੰਨਾ ਉਸ ਚੀਜ਼ ਨੂੰ ਇੱਕ ਇੰਪੋਰਟੈਂਸ ਜਿਹੜੀ ਹੈ ਉਹ ਗੁਰੂ ਸਾਹਿਬ ਨੇ ਦਿੱਤੀ ਹੈ ਕਿ ਵੀ ਸਿਰਫ ਮੈਲ ਹੀ ਨਹੀਂ ਉਤਰ ਰਹੀ, ਉਸ ਦਾ ਰੰਗ ਮੇਰੇ ਉੱਤੇ ਚੜ ਰਿਹਾ ਐਂਡ ਆਈ ਐਮ ਬਿਕਮਿੰਗ ਵਨ ਵਿਦ ਹਿਮ। ਹਰ ਸਤ ਸੰਗਤ ਸਤਪੁਰਖ ਮਿਲਾਏ, ਮਿਲ ਸਤ ਸੰਗਤ ਹਰ ਨਾਮ ਤੇ ਆਈਏ, ਨਾਨਕ ਹਰ ਕਥਾ ਸੁਣੀ ਮੁਖ ਬੋਲੀ। ਸੁਣੋ ਪਰ ਮੁਖੋਂ ਬੋਲੋ ਵੀ, ਗੁਰਮਤ ਹਰ ਨਾਮ ਪਰਿਚੈ ਜੀਓ। ਇਨਸਾਨ ਜਿਹੜਾ ਹੈ ਇਵੈਂਚੁਅਲੀ he becomes one with the creator। ਉਸ ਬਾਣੀ ਸੁਣੀ ਔਰ ਕਹੀ ਦੇ ਵਿੱਚ ਉਹ ਇੰਨਾ ਕੁ ਜ਼ਿਆਦਾ ਐਨਗ੍ਰੋਸ ਹੋ ਜਾਂਦਾ, ਇੰਨਾ ਕੁ ਜ਼ਿਆਦਾ ਭਿੱਜ ਜਾਂਦਾ ਹੈ ਉਸ ਦੇ ਵਿੱਚ ਕਿ ਉਹ ਪਰਮਾਤਮਾ ਦੇ ਨਾਲ ਇੱਕਮਿਕ ਹੋ ਜਾਂਦਾ ਹੈ। ਔਰ ਗੁਰੂ ਸਾਹਿਬ ਜਿਹੜੇ ਨੇ ਇਸ ਕਥਾ ਵਿਚਾਰ ਗੁਰਬਾਣੀ ਦੀ ਜਿਹੜੀ ਹੈ ਉਸ ਦੇ ਉੱਤੇ ਬਹੁਤ ਜ਼ਿਆਦਾ ਐਕਸਟ੍ਰੀਮ ਇੰਪੋਰਟੈਂਸ ਪਾਉਂਦੇ ਨੇ। ਆਪਾਂ ਹੁਣੇ ਜਿੱਦਾਂ ਪਹਿਲੇ ਵੀ ਗੱਲ ਕੀਤੀ ਕਿ ਵੀ ਆਪਾਂ ਅੰਮ੍ਰਿਤ ਵੇਲੇ ਉੱਠਦੇ ਹਾਂ ਜਾਂ ਆਪਾਂ ਇਹ ਕਹਿੰਦੇ ਹਾਂ ਵੀ ਜਿਸ ਵੇਲੇ ਅਸੀਂ ਬਾਣੀ ਪੜ੍ਹ ਰਹੇ ਹਾਂ, ਕੀਰਤਨ ਕਰ ਰਹੇ ਹਾਂ, ਵਿਚਾਰ ਕਰ ਰਹੇ ਹਾਂ, ਉਹ ਸਾਡੇ ਲਈ ਅੰਮ੍ਰਿਤ ਵੇਲਾ ਬਣ ਜਾਂਦਾ ਹੈ, whichever way you decide to interpret that। ਪਰ ਗੁਰੂ ਸਾਹਿਬ ਇਹ ਕਹਿ ਰਹੇ ਨੇ ਕਿ ਸਿਰਫ ਉਹੀ ਇੰਪੋਰਟੈਂਸ ਨਹੀਂ ਹੈ, ਵਿਚਾਰ ਜਿਹੜਾ ਕਰਨਾ ਹੈ, ਕਥਾ ਜਿਹੜੀ ਕਰਨੀ ਹੈ, ਉਸ ਵਿਚਾਰ ਦੇ ਉੱਤੇ ਡਿਸਕੋਰਸ ਦੇ ਉੱਤੇ ਬਹੁਤ ਇੱਕ ਸਟਰੋਂਗ ਐਮਫੈਸਿਸ ਹੈ। ਇਸ ਲਈ ਆਪਾਂ ਕਹਿੰਦੇ ਹਾਂ ਵੀ ਇੱਕ ਸਾਡੇ ਵਿੱਚ ਇੰਨੀ ਟੋਲਰੈਂਸ ਹੋਣੀ ਚਾਹੀਦੀ ਹੈ ਕਿ ਵੀ ਅਸੀਂ ਜੇ ਬੈਠ ਕੇ ਕਿਤੇ ਕੋਈ ਵਿਚਾਰ ਕਰ ਰਹੇ ਹਾਂ ਤੇ ਉੱਥੇ ਇਨਵੇਰੀਏਬਲੀ ਇਹ ਹੁੰਦਾ ਵੀ ਹਰ ਬੰਦਾ ਕਹਿੰਦਾ ਵੀ ਮਾਈ ਓਪੀਨੀਅਨ ਸ਼ੁੱਡ ਹੋਲਡ ਗਰਾਊਂਡ, ਮੈਂ ਜੋ ਕਹਿ ਰਿਹਾ ਹਾਂ ਬਿਲਕੁਲ ਠੀਕ ਹੈ। ਪਰ ਗੁਰੂ ਸਾਹਿਬ ਕਹਿ ਰਹੇ ਵੀ ਨਹੀਂ, ਇਸ ਚੀਜ਼ ਦੇ ਉੱਤੇ ਕੋਈ ਉਸ ਸਿਗਨੀਫੀਕੈਂਸ ਨਹੀਂ ਹੈ। ਵਿਚਾਰ ਕਰ, ਹੋ ਸਕਦਾ ਕਿ ਤੈਨੂੰ ਉੱਥੋਂ ਵਿਚਾਰ ਕੀਤਿਆਂ, ਹੋਰਾਂ ਦੇ ਨਾਲ ਸਤਸੰਗਤ ਕੀਤਿਆਂ ਕੁਝ ਐਸੀਆਂ ਗੱਲਾਂ ਪਤਾ ਲੱਗ ਜਾਣ ਜਿਹੜੀਆਂ ਤੂੰ ਪਹਿਲੇ ਸੋਚੀਆਂ ਹੀ ਨਾ ਹੋਣ। ਗੁਰੂ ਸਾਹਿਬ ਕਹਿੰਦੇ ਨੇ ਪ੍ਰਭ ਮਿਲਬੇ ਕੋ ਪ੍ਰੀਤ ਮਨ ਲਾਗੀ। ਉਸ ਪ੍ਰਮਾਤਮਾ ਦੇ ਨਾਲ ਮਿਲਣ ਦੇ ਨਾਲ ਸਤਸੰਗਤ ਦੇ ਵਿੱਚ ਐਸੀ ਮੈਨੂੰ ਪ੍ਰੀਤ ਲੱਗੀ ਹੈ। ਪਾਏ ਲਗੋ ਮੋਹੇ ਕਰੋ ਬੇਨਤੀ,
ਕਉ ਸੰਤ ਮਿਲੇ ਬੜ ਭਾਗੀ। ਹੁਣ ਇਹ ਇੱਕ ਸਤ ਸੰਗਤ ਦੀ ਇੰਪੋਰਟੈਂਸ ਹੈ ਜਿਹੜੀ ਗੁਰੂ ਸਾਹਿਬ ਕਰ ਰਹੇ ਨੇ, ਕਿ ਵੀ ਕਿਸੇ ਸੰਤ ਪੁਰਖ ਨੂੰ ਮਿਲਣਾ ਜਾਂ ਸੰਗਤ ਦੇ ਵਿੱਚ ਜਾਣਾ ਜਿਹੜਾ ਹੈ ਉਹ ਇੰਨਾ ਇੰਪੋਰਟੈਂਸ ਹੈ ਕਿ ਗੁਰੂ ਸਾਹਿਬ ਬੇਨਤੀ ਕਰ ਰਹੇ ਨੇ, ਪੈਰੀਂ ਪੈ ਰਹੇ ਨੇ ਕਿ ਮੈਨੂੰ ਪਲੀਜ਼ ਐਸੀ ਸੰਗਤ ਦਿਓ। That's the importance he's placing on that ਸੰਗਤ। ਮਨ ਅਰਪੋ ਧਨ ਰਾਖੋ ਆਗੇ, ਮਨ ਕੀ ਮਤ ਮੋਹਿ ਸਗਲ ਤਿਆਗੀ। ਔਰ ਫਿਰ ਗੁਰੂ ਸਾਹਿਬ ਇਹ ਕਹਿੰਦੇ ਨੇ ਕਿ ਵੀ ਜਿਹੜਾ ਉਹ ਸੰਤ ਮੈਨੂੰ ਮਿਲਦਾ ਹੈ ਜਾਂ ਸੰਗਤ ਮੈਨੂੰ ਮਿਲਦੀ ਹੈ, ਗੁਰੂ ਸਾਹਿਬ ਇਹ ਕਹਿੰਦੇ ਨੇ ਵੀ ਮੈਂ ਆਪਣਾ ਮਨ ਔਰ ਧਨ ਜਿਹੜਾ ਹੈ ਉਸ ਨੂੰ ਡੈਡੀਕੇਟ ਕਰ ਰਿਹਾ ਹਾਂ, ਉਸ ਨੂੰ ਅਰਪ ਰਿਹਾ ਹਾਂ, ਜਿਹੜਾ ਮੈਨੂੰ ਉਸ ਪ੍ਰਮਾਤਮਾ ਦੇ ਨਾਲ ਜੋੜੇ। ਜੋ ਪ੍ਰਭ ਕੀ ਹਰ ਕਥਾ ਸੁਣਾਵੇ, ਉਸ ਪ੍ਰਮਾਤਮਾ ਦੀ ਗੱਲਬਾਤ ਮੇਰੇ ਨਾਲ ਕਰੇ। ਅਨ ਦਿਨ ਫਿਰੋ ਤਿਸ ਪਿੱਛੇ ਵੈਰਾਗੀ। ਮੈਂ ਹਮੇਸ਼ਾ ਵਾਸਤੇ ਉਸ ਦਾ ਸੇਵਕ ਬਣ ਕੇ ਰਹਿਣ ਨੂੰ ਤਿਆਰ ਹਾਂ, ਜਿਹੜਾ ਮੈਨੂੰ ਉਸ ਪ੍ਰਮਾਤਮਾ ਦੇ ਨਾਲ ਜੋੜਦਾ ਹੈ। ਔਰ ਰਿਕੁਐਸਟ ਕਰਦੇ ਨੇ ਗੁਰੂ ਸਾਹਿਬ, ਆਵੋ ਸੰਤ ਮੈਂ ਗਲ में ਲਾਈਏ, ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਏ। ਸੋ ਇੰਨੀ ਇੱਕ ਗੁਰੂ ਸਾਹਿਬ ਉਸ ਚੀਜ਼ ਦੇ ਉੱਤੇ ਇੰਪੋਰਟੈਂਸ ਜਿਹੜੀ ਹੈ ਉਹ ਪਲੇਸ ਕਰ ਰਹੇ ਨੇ, ਰਿਕੁਐਸਟ ਕਰ ਰਹੇ ਨੇ, ਉਸ ਪਰਮਾਤਮਾ ਨੂੰ ਲੱਭ ਰਹੇ ਨੇ, ਕਹਿ ਰਹੇ ਨੇ ਵੀ ਮੈਨੂੰ ਕਿਸੇ ਤਰੀਕੇ ਇੱਕ ਸੰਗਤ ਦੇ ਨਾਲ ਜੋੜਿਆ ਜਾਵੇ, ਕਿਸੇ ਐਸੇ ਸੰਤ ਦੇ ਨਾਲ ਜੋੜਿਆ ਜਾਵੇ ਜਿਹੜਾ ਮੈਨੂੰ ਉਸ ਪਰਮਾਤਮਾ ਦੀ ਕਥਾ ਕਹਾਣੀਆਂ ਜਿਹੜੀਆਂ ਨੇ ਉਹ ਸੁਣਾਵੇ। ਕਿਉਂ? ਬਿਕੋਜ਼ ਗੁਰੂ ਸਾਹਿਬ ਇਹ ਕਹਿੰਦੇ ਨੇ ਕਿ ਉਹਨਾਂ ਕਥਾ ਕਹਾਣੀਆਂ ਨੂੰ ਸੁਣਨ ਨਾਲ, ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣ ਦੇ ਨਾਲ ਮੇਰੇ ਅੰਦਰ ਇੱਕ ਇਟਰਨਲ ਕਲੈਂਜ਼ਿੰਗ ਜਿਹੜੀ ਹੈ ਉਹ ਹੋਏਗੀ। ਸੋ ਉਹ ਜਿਹੜੀ ਮੈਲ ਲੱਥਣੀ ਹੈ, ਉਹ ਜਿਹੜੀ ਇੱਕ ਇੰਟਰਨਲ ਕਲੈਂਜ਼ਿੰਗ ਹੋਣੀ ਹੈ, ਉਸ ਵਾਸਤੇ ਜਿਹੜਾ ਗੁਰਬਾਣੀ ਕਥਾ, ਗੁਰਬਾਣੀ ਵਿਚਾਰ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ। ਸੋ ਲਾਸਟਲੀ ਜੋ ਇੱਕ ਮੇਰੇ ਹਿਸਾਬ ਦੇ ਨਾਲ ਕਾਲ ਟੂ ਐਕਸ਼ਨ ਹੈ, ਉਹ ਇੱਕ ਕਾਲ ਟੂ ਐਕਸ਼ਨ ਇਹ ਹੈ, ਆਪਾਂ ਪਿਛਲੀ ਵਾਰੀ ਇਸ ਬਾਰੇ ਵਿਚਾਰ ਕੀਤਾ ਸੀਗਾ ਜਿਸ ਵੇਲੇ ਅਸੀਂ ਸਾਡਾ ਟੌਪਿਕ ਸੀਗਾ ਲੇਜ਼ੀਨੈਸ ਦੇ ਉੱਤੇ, ਤੇ ਉਦੋਂ ਗੁਰੂ ਸਾਹਿਬ ਦਾ ਆਪਾਂ ਇਹ ਵਿਚਾਰ ਦੇਖਿਆ ਸੀਗਾ ਕਿ ਪ੍ਰਭ ਮਿਲਵੇ ਕੀ ਲਾਲਸਾ ਤਾਤੇ ਆਲਸ ਕਹਾ ਕਰੋ। ਵੀ ਉਸ ਪਰਮਾਤਮਾ ਨੂੰ ਮਿਲਣ ਜਿਹੜੀ ਮਨ ਦੇ ਵਿੱਚ ਇੱਕ ਲਾਲਸਾ ਹੈ, ਈਗਰਨੈਸ ਹੈ, ਉਹ ਜਿਹੜੀ ਈਗਰਨੈਸ ਹੈ ਉਹਨੂੰ ਬਣਾ ਕੇ ਰੱਖੋ। ਉਸ ਪਰਮਾਤਮਾ ਨੂੰ ਮਿਲਣ ਦੀ ਜਿਹੜੀ ਚਾਹ ਹੈ ਉਸ ਦੇ ਵਿੱਚ ਆਲਸ ਨਾ ਕਰੋ, ਡਿਲੇ ਨਾ ਕਰੋ। ਪਰ ਉਦੋਂ ਵੀ ਆਪਾਂ ਇਹ ਵਿਚਾਰ ਕੀਤਾ ਸੀਗਾ ਕਿ ਕਾਲ ਟੂ ਐਕਸ਼ਨ ਜਿਹੜਾ ਸੀਗਾ ਉਹ ਇਹ ਸੀਗਾ ਕਿ ਵੀ ਇਹ ਸਭ ਕੁਝ ਜਿਹੜਾ ਹੈ ਇਹ ਸਾਧ ਸੰਗਤ ਦੇ ਵਿੱਚ ਜਾ ਕੇ ਹੀ ਹੋ ਸਕਦਾ ਹੈ। ਸੰਗਤ ਤੋਂ ਬਗੈਰ ਇਹ ਚੀਜ਼ ਕਰਨੀ ਜਿਹੜੀ ਹੈ ਉਹ ਮੁਸ਼ਕਲ ਹੈ। ਸੋ ਇਹੀ ਕਾਲ ਟੂ ਐਕਸ਼ਨ ਹੁਣ ਹੈ ਕਿ ਵੀ ਅਸੀਂ ਪਾਠ ਕਰਦੇ ਹਾਂ, ਕੀਰਤਨ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਸਹਿਜ ਪਾਠ ਕਰਦੇ ਹਾਂ, ਅਸੀਂ ਹੋਰ ਕਈ ਕਿਸਮ ਦੇ ਜਿਹੜੀਆਂ ਹੈਗੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਨਾਲ ਕਿ ਸਾਡਾ ਜਿਹੜਾ ਮਨ ਹੈ ਉਹ ਸਟੇਬਲ ਹੁੰਦਾ ਹੈ। ਅਸੀਂ ਵਾਹਿਗੁਰੂ ਗੁਰਮੰਤਰ ਜਿਹੜਾ ਹੈ ਉਸ ਦਾ ਜਾਪ ਕਰਦੇ ਹਾਂ। ਇਹ ਸਭ ਚੀਜ਼ਾਂ ਸਾਡੇ ਲਈ ਬਹੁਤ ਇੰਪੋਰਟੈਂਟ ਨੇ। ਪਰ ਜਿਹੜੀਆਂ ਉਸ ਪਰਮਾਤਮਾ ਦੀਆਂ ਕਥਾ ਕਹਾਣੀਆਂ ਨੇ, ਉਹ ਕਥਾ ਕਹਾਣੀਆਂ ਦੇ ਉੱਤੇ ਵਿਚਾਰ ਕਰਨਾ, ਸੰਗਤ ਦੇ ਵਿੱਚ ਬੈਠਣਾ, ਇਹ ਸਾਡੇ ਲਈ ਉਨਾ ਹੀ ਜ਼ਿਆਦਾ ਇੰਪੋਰਟੈਂਟ ਹੈ। ਬਿਕੋਜ਼ ਆਪਾਂ ਪਿਛਲੀ ਵਾਰੀ ਵੀ ਇਹ ਗੱਲ ਕੀਤੀ ਸੀ ਕਿ ਸੰਗਤ ਦੇ ਵਿੱਚ ਬੈਠ ਕੇ ਜਿਸ ਵੇਲੇ ਅਸੀਂ ਕੋਈ ਵਿਚਾਰ ਕਰਦੇ ਹਾਂ ਤੇ ਉਸ ਦੇ ਨਾਲ ਸਾਡੇ ਮਨ ਦੇ ਵਿੱਚ ਕਿਸੇ ਵੀ ਕਿਸਮ ਦਾ ਜਿਹੜਾ ਆਲਸ ਹੈ ਉਹ ਚਲਾ ਜਾਂਦਾ ਹੈ। ਮੈਂ ਅਗਰ ਕੋਈ ਵੀ ਚੀਜ਼ ਇਕੱਲੇ ਕਰਨ ਦੀ ਕੋਸ਼ਿਸ਼ ਕਰ ਰਿਹਾ, ਬੰਦੇ ਦੇ ਮਨ 'ਚ ਆਉਂਦਾ ਯਾਰ ਕੋਈ ਗੱਲ ਨਹੀਂ, ਮੈਂ 5 ਮਿੰਟ ਠਹਿਰ ਕੇ ਉੱਠ ਜਾਵਾਂਗਾ, ਮੈਂ ਥੋੜੀ ਦੇਰ ਠਹਿਰ ਕੇ ਪਾਠ ਕਰ ਲਾਂਗਾ, ਕੀਰਤਨ ਕਰ ਲਾਂਗਾ, ਠੀਕ ਹੈ। ਪਰ ਜਿਸ ਵੇਲੇ ਮੈਨੂੰ ਪਤਾ ਹੋਵੇ ਕਿ ਮੈਂ ਇੱਕ ਸੰਗਤ ਦੇ ਵਿੱਚ ਜੁੜ ਕੇ ਹੋਰ ਸੰਤ ਜਨਾਂ ਦੇ ਨਾਲ ਬੈਠ ਕੇ ਕੋਈ ਵਿਚਾਰ ਕਰਨਾ ਹੈ, ਕੀਰਤਨ ਕਰਨੀ ਹੈ, ਕਥਾ ਕਰਨੀ ਹੈ, ਤੇ ਫਿਰ ਮੈਂ ਲੇਟ ਨਹੀਂ ਹੋਵਾਂਗਾ। ਸੋ ਸੰਗਤ ਜਿਹੜੀ ਹੈ ਉਹ ਸਾਨੂੰ ਸਿਰਫ ਐਮਪਾਵਰ ਹੀ ਨਹੀਂ ਕਰ ਰਹੀ ਟੂ ਬੀ ਵਨ ਵਿਦ ਦ ਕ੍ਰੀਏਟਰ, ਪਰ ਉਹ ਸਾਨੂੰ ਐਨਕਰੇਜ ਕਰ ਰਹੀ ਹੈ, ਐਗ ਔਨ ਕਰ ਰਹੀ ਹੈ ਟੂ ਡੂ ਗੁੱਡ ਥਿੰਗਸ। ਔਰ ਉਹ ਜਿਹੜੀ ਸੰਗਤ ਦੇ ਵਿੱਚ ਬੈਠ ਕੇ ਕਥਾ ਕਹਾਣੀਆਂ ਦੇ ਉੱਤੇ, ਪਰਮਾਤਮਾ ਦੀਆਂ ਸਿਫਤ ਸਲਾਵਾਂ ਦੇ ਉੱਤੇ ਵਿਚਾਰ ਕਰਨਾ ਹੈ, ਗੁਰਬਾਣੀ ਕੀਰਤਨ ਕਰਨਾ ਹੈ, ਉਹ ਸੰਗਤੀ ਰੂਪ ਦੇ ਵਿੱਚ ਜੋ ਬੈਠ ਕੇ ਵਿਚਾਰ ਕਰਦੇ ਹਾਂ ਅਸੀਂ, ਉਸ ਦੇ ਨਾਲ ਇਨਸਾਨ ਦੇ ਜਿਹੜੀ ਅੰਦਰ ਦੀ ਜਿਹੜੀ ਜਨਮਾਂ ਜਨਮਾਂ ਦੀ ਮੈਲ ਹੈ ਉਹ ਉਤਰ ਜਾਂਦੀ ਹੈ। ਔਰ ਗੁਰੂ ਸਾਹਿਬ ਕਹਿੰਦੇ ਨੇ ਕਿ ਉਹ ਇਨਸਾਨ ਜਿਹੜਾ ਹੈ ਉਹ ਪਰਮਾਤਮਾ ਦੇ ਨਾਲ ਇੱਕ ਹੋ ਜਾਂਦਾ ਹੈ। ਬਿਕੋਜ਼ ਆਪਾਂ ਇਸ ਸ਼ਬਦ 'ਚ ਵੀ ਇਹ ਗੱਲ ਦੇਖੀ ਸੀ ਕਿ ਗੁਰੂ ਸਾਹਿਬ ਇਹ ਕਹਿੰਦੇ ਨੇ ਕਿ ਉਸ ਪਰਮਾਤਮਾ ਨੂੰ ਅਸੀਂ ਦੋਸ਼ ਨਹੀਂ ਦੇ ਸਕਦੇ, ਕਿਉਂਕਿ ਕਰਨੇ ਹਾਰ ਜਿਹੜਾ ਹੈਗਾ
उसने साढ़े वास्ते कई अपॉर्चुनिटीज क्रिएट कीतियां ने, अपॉर्चुनिटीज टू रिसाइट गुरबाणी और एनी अदर वर्ड ऑफ गॉड। इट्स नॉट नैसेसरली कि भी कोई ਆਪਾਂ ਸਿੱਖਾਂ ਦੀ ਗੱਲ ਕਰ ਰਹੇ ਹਾਂ, ਦਿਸ ਇਜ਼ ਟਰੂ ਫॉर ਐਵਰੀ ਹਿਊਮਨ ਬੀਇੰਗ, ਕਿਸੇ ਵੀ ਫੇਥ ਨੂੰ ਬਿਲੀਵ ਕਰਦਾ ਹੋਵੇ। ਦੀ ਓਪਰਚੁਨਿਟੀਜ਼ ਆਰ देयर, ਅਸੀਂ ਉਸ ਪ੍ਰਮਾਤਮਾ ਨੂੰ ਦੋਸ਼ ਨਹੀਂ ਦੇ ਸਕਦੇ, ਪਰ ਉਹਨਾਂ ਓਪਰਚੁਨਿਟੀਜ਼ ਨੂੰ ਬੈਸਟ ਅਵੇਲ ਕਰਨ ਦਾ ਤਰੀਕਾ ਜਿਹੜਾ ਹੈ, ਕਾਲ ਟੂ ਐਕਸ਼ਨ ਜਿਹੜਾ ਹੈ, ਉਹ ਇਹ ਹੈ ਕਿ ਆਪਾਂ ਜਿਹੜਾ ਕੀਰਤਨ ਕਰਨਾ ਹੈ, ਬਾਣੀ ਪੜ੍ਹਨੀ ਹੈ, ਕੋਈ ਕਥਾ ਵਿਚਾਰਾਂ ਕਰਨੀਆਂ ਨੇ, ਉਸ ਨੂੰ ਆਪਾਂ ਸੰਗਤੀ ਰੂਪ ਦੇ ਵਿੱਚ ਬੈਠ ਕੇ ਕਰੀਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਜੁੜੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਆਈ ਟਰਾਈ ਟੂ ਕੀਪ ਇਟ ਬਰੀਫ, ਕਿਉਂਕਿ ਇਹ ਜਿਹੜਾ ਹੁਕਮ ਹੈ, ਇਸ ਹੁਕਮ ਬਾਰੇ ਆਪਾਂ ਕਾਫੀ ਲੰਬੀ ਗੱਲ ਕਰ ਸਕਦੇ ਹਾਂ। ਇਸ ਹੁਕਮ ਦੇ ਵਿੱਚ ਗੁਰੂ ਸਾਹਿਬ ਨੇ, ਜਿਸ ਤਰ੍ਹਾਂ ਮੈਂ ਪਹਿਲੇ ਵੀ ਇਹ ਗੱਲ ਕਹੀ ਸੀ ਕਿ ਵੀ ਆਪਾਂ ਗੁਰਬਾਣੀ ਦੀ ਗੱਲ ਕਰਦੇ ਹਾਂ ਕਿ ਵੀ ਅਸੀਂ ਗੁਰਬਾਣੀ ਪੜ੍ਹਨੀ ਹੈ, ਅੰਮ੍ਰਿਤ ਵੇਲੇ ਉੱਠਣਾ ਹੈ, ਕੀਰਤਨ ਕਰਨਾ ਹੈ, ਪਰ ਇੱਕ ਸਿੱਖ ਵਾਸਤੇ ਇਹ ਬਹੁਤ ਇੰਪੋਰਟੈਂਟ ਹੈ ਕਿ ਸਿਰਫ ਉਹ ਗੁਰਬਾਣੀ ਪੜ੍ਹ ਹੀ ਨਹੀਂ ਰਿਹਾ, ਸੁਣ ਹੀ ਨਹੀਂ ਰਿਹਾ, ਕੀਰਤਨ ਕਰ ਹੀ ਨਹੀਂ ਰਿਹਾ, ਬਲਕਿ ਉਸ ਦੇ ਉੱਤੇ ਵਿਚਾਰ ਵੀ ਕਰ ਰਿਹਾ ਹੈ। ਆਪਾਂ ਫਿਰ ਕਿਸੇ ਵੇਲੇ ਇਸ ਗੱਲ ਤੇ ਅੱਗੇ ਹੋਰ ਵਿਚਾਰ ਕਰਾਂਗੇ ਕਿ ਵੀ ਜਿਹੜਾ ਉਹ ਵਿਚਾਰ ਹੈ, ਕੀ ਉਸ ਇਨਸਾਨ ਨੇ ਸੰਗਤ ਦੇ ਵਿੱਚ ਬੈਠ ਕੇ, ਆਪਾਂ ਹੁਣੇ ਸੰਗਤ ਦੀ ਇੰਪੋਰਟੈਂਸ ਦੀ ਗੱਲ ਕੀਤੀ, ਪਰ ਕਈ ਥਾਵਾਂ ਦੇ ਵਿੱਚ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਵੀ ਜੇ ਸੰਗਤ ਨਹੀਂ ਪ੍ਰੈਜ਼ੈਂਟ ਹੈਗੀ ਤੇ ਉਹ ਵਿਚਾਰ ਵਿਮਰਸ਼ ਜਿਹੜਾ ਹੈ, ਉਹ ਜਿਹੜਾ ਡਿਸਕੋਰਸ ਹੈ, ਉਹ ਇਨਸਾਨ ਆਪਣੇ ਨਾਲ ਵੀ ਕਰ ਸਕਦਾ ਹੈ। ਔਰ ਐਕਚੁਅਲੀ ਅਸੀਂ ਅਗਰ ਦੇਖੀਏ ਤੇ ਸਾਰੀ ਗੁਰਬਾਣੀ ਜਿਹੜੀ ਹੈ, ਉਹ ਇੱਕ ਗੱਲਬਾਤ ਹੈ, ਇੱਕ ਡਿਸਕੋਰਸ ਹੈ, ਜੋ ਗੁਰੂ ਸਾਹਿਬ ਜਿਹੜੇ ਨੇ ਆਪਣੇ ਸਿੱਖਾਂ ਨੂੰ ਕਹਿ ਰਹੇ ਨੇ ਕਿ ਉਹ ਉਸ ਪ੍ਰਮਾਤਮਾ ਦੇ ਨਾਲ, ਉਸ ਕ੍ਰੀਏਟਰ ਦੇ ਨਾਲ ਕਰਨ। ਸੋ ਇੱਕ ਇੰਪੋਰਟੈਂਸ ਹੈ ਸੰਗਤ ਦੇ ਉੱਤੇ, ਜਿਹੜੀ ਸੰਗਤ ਜਿਹੜੀ ਹੈ ਹੋਰ ਸੰਤ ਜਨਾਂ ਦੀ, ਗੁਰਮੁਖਾਂ ਦੀ ਸੰਗਤ ਹੋ ਸਕਦੀ ਹੈ, ਪਰ ਕਿਤੇ ਨਾ ਕਿਤੇ ਅਗਰ ਉਹ ਨਹੀਂ ਪ੍ਰੈਜ਼ੈਂਟ ਹੈਗੇ ਤਾਂ ਉਹ ਇਨਸਾਨ ਆਪਣੇ ਆਪ ਨਾਲ ਵੀ ਉਹ ਡਿਸਕੋਰਸ ਕਰ ਸਕਦਾ ਹੈ। ਔਰ ਇਸ ਗੱਲ ਦੀ ਇੰਪੋਰਟੈਂਸ ਅਸੀਂ ਇੱਥੋਂ ਸਮਝ ਸਕਦੇ ਹਾਂ ਕਿ ਗੁਰੂ ਸਾਹਿਬ ਨੇ ਇਸ ਚੀਜ਼ ਨੂੰ ਇੱਕ ਹੁਕਮ ਦੇ ਰੂਪ ਦੇ ਵਿੱਚ, ਉਹਨਾਂ ਨੇ ਇਸ ਨੂੰ 20ਵਾਂ ਹੁਕਮ ਜਿਹੜਾ ਗੁਰੂ ਸਾਹਿਬ ਦਾ ਇਹ ਹੈ, ਉਸ ਨੂੰ ਇੱਕ ਉਹਨਾਂ ਨੇ ਪ੍ਰੋਪਰ ਹੁਕਮ ਦੀ ਇੱਕ ਸ਼ੇਪ ਦਿੱਤੀ ਹੈ ਕਿ ਜਿੱਥੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਗੁਰਬਾਣੀ ਦੀ ਕਥਾ ਕਰਨੀ, ਉਸ ਦੀ ਵਿਚਾਰ ਕਰਨੀ, ਕੀਰਤਨ ਕਰਨਾ ਡੇਲੀ ਬੇਸਿਸ ਦੇ ਉੱਤੇ, ਇਹ ਬਹੁਤ ਜ਼ਰੂਰੀ ਹੈ। ਸੋ ਇੱਕ ਆਪ ਜੀ ਦੇ ਨਾਲ ਮੈਂ ਉਹ ਜਿਹੜੀ ਲੜੀ ਸਾਡੀ ਚੱਲ ਰਹੀ ਹੈ, ਉਸ ਦੇ ਵਿੱਚ ਉਹ ਚੀਜ਼ ਸ਼ੇਅਰ ਕੀਤੀ ਹੈ। ਇਸ ਬਾਰੇ ਦਿਸ ਇਜ਼ ਐਜ਼ ਆਈ ਆਲਵੇਜ਼ ਸੇ ਕਿ ਦਿਸ ਇਜ਼ ਜਸਟ ਮਾਈ ਓਪੀਨੀਅਨ, ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਮੈਨੂੰ ਉਸ ਦੇ ਰੈਲੇਵੈਂਟ ਜੋ ਗੁਰੂ ਸਾਹਿਬ ਦੀਆਂ ਇਨਸਟਰਕਸ਼ਨਸ ਮਿਲੀਆਂ, ਮੈਂ ਆਪ ਦੇ ਨਾਲ ਸ਼ੇਅਰ ਕੀਤੀਆਂ ਨੇ। ਕਿਉਂਕਿ ਆਪਾਂ ਪਹਿਲੇ ਵੀ ਵਿਚਾਰ ਕੀਤਾ ਸੀਗਾ ਵੀ ਅਕਸਰ ਇਸ ਬਾਰੇ ਗੱਲ ਹੁੰਦੀ ਹੈ ਕਿ ਵੀ ਇਹ ਜਿਹੜੇ ਗੁਰੂ ਸਾਹਿਬ ਦੇ 52 ਹੁਕਮ ਨੇ, ਇਹਨਾਂ ਦੀ ਕੀ ਸੋਰਸ ਹੈ। ਮੈਂ ਹਮੇਸ਼ਾ ਇਹ ਗੱਲ ਮੰਨਦਾ ਹਾਂ ਕਿ ਵੀ ਜਿਸ ਤਰ੍ਹਾਂ ਆਪਾਂ ਇਹ ਗੱਲ ਕਹੀ ਸੀ ਕਿ ਗੁਰੂ ਸਾਹਿਬ ਨੇ ਸਾਨੂੰ ਇਹ ਗੱਲ ਕਹੀ ਵੀ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਅਗਰ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਰਹੇ ਹਾਂ, ਹੋਰ ਕਿਸੇ ਨੂੰ ਅਸੀਂ ਗੁਰੂ ਨਹੀਂ ਮੰਨ ਰਹੇ, ਤੇ ਫਿਰ ਸਾਡੀ ਇੰਸਟਰਕਸ਼ਨ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਤੋਂ ਆਉਣੀ ਚਾਹੀਦੀ ਹੈ। ਔਰ ਇਹ ਜਿਹੜੇ 52 ਹੁਕਮ ਨੇ, ਇਹਨਾਂ ਦੀ ਵੀ ਮੈਂ ਜਿਸ ਤਰ੍ਹਾਂ ਆਪ ਸਭ ਦੇ ਨਾਲ ਸ਼ੇਅਰ ਕੀਤਾ ਹੈ ਪਿਛਲੇ 20 ਲੈਕਚਰਸ ਦੇ ਵਿੱਚ ਕਿ ਵੀ ਇਹਨਾਂ ਸਭ ਦੀ ਵੀ ਗਾਈਡੈਂਸ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਤੋਂ ਆ ਰਹੀ ਹੈ। ਕੋਈ ਵੀ ਐਸੀ ਚੀਜ਼ ਨਹੀਂ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਹੋਵੇ। ਸੋ ਆਪਣੀ ਸਮਝ ਮੁਤਾਬਿਕ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸ਼ਬਦ ਜਿਹੜੇ ਸੀਗੇ, ਉਹਨਾਂ ਨੂੰ ਆਧਾਰ ਬਣਾ ਕੇ ਆਪ ਜੀ ਦੇ ਨਾਲ ਇਸ ਗੁਰੂ ਸਾਹਿਬ ਦੇ ਹੁਕਮ ਦੀ ਜਿਹੜੀ ਵੈਲਿਊ ਹੈ, ਉਸ ਦਾ ਜਿਹੜਾ ਮੀਨਿੰਗ ਹੈ, ਉਹ ਆਪ ਦੇ ਨਾਲ ਮੈਂ ਸ਼ੇਅਰ ਕੀਤਾ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਪਣੇ ਜਿਹੜੇ ਵਿਚਾਰ ਨੇ, ਤੁਸੀਂ ਮੋਸਟ ਵੈਲਕਮ ਹੋ। You can go ahead, unmute yourself and give your opinion on this topic. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।